ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਕੱਲ ਆਪ ਜੀ ਨੇ ਬਹੁਤ ਪਿਆਰ ਕੀਤਾ। ਕਾਫੀ ਦਿਨਾਂ ਬਾਅਦ ਮੈਂ ਆਇਆ ਸੀਗਾ ਤੇ ਉਹਦੇ ਲਈ ਤੁਸੀਂ ਇੰਨੇ ਸਾਰੇ ਕਮੈਂਟ ਕੀਤੇ, ਇੰਨਾ ਸਵਾਗਤ ਕੀਤਾ, ਉਹਦੇ ਲਈ ਬੜਾ ਧੰਨਵਾਦ। ਤੇ ਪੰਨੂ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਕਿਉਂਕਿ ਤੁਸੀਂ ਸ਼ੁਰੂ 'ਚ ਜਿੱਦਾਂ ਜੇ ਮੈਨੂੰ ਕੰਫਰਟੇਬਲ ਕਰ ਦਿੱਤਾ, ਉਦੋਂ ਬਾਅਦ ਫਿਰ ਮੁੜ ਕੇ ਗੱਲਾਂ ਬਾਤਾਂ ਆਪਣੀਆਂ ਕਿਧਰ ਨੂੰ ਚੱਲ ਗਈਆਂ। ਮੇਰੀਆਂ ਤੇ ਡਿੱਗਦੀਆਂ ਅੱਖਾਂ ਪੱਕ ਗਈਆਂ ਸੀਗੀਆਂ। ਗੱਲ ਇਹ ਵੀ ਗੱਲ ਪੰਨੂ ਸਾਹਿਬ ਮਸਾਂ ਹੱਸੇ, ਤੁਸੀਂ ਪਤਾ ਨਹੀਂ ਹੱਸੇ ਹੀ ਨਹੀਂ, ਉਦੋਂ ਬਾਅਦ ਕਿੱਥੇ ਰਹਿ ਗਏ ਤੁਸੀਂ? ਨਹੀਂ ਹੱਸਣ ਵਾਲੀ ਗੱਲ ਤੇ ਘੱਟ ਸੀ। ਜਿਹੜਾ ਰੋਜ਼ ਮੈਨੂੰ ਅੱਜ ਜਿੰਨੇ ਕੁ ਕੱਲ੍ਹ ਦੇ ਕਮੈਂਟਸ ਆਏ ਨੇ ਜੀ ਜੀ, ਇਹਨਾਂ 'ਚੋਂ 10ਵਾਂ ਹਿੱਸਾ ਤੇ ਰੋਜ਼ ਮੈਨੂੰ ਫੋਨ ਆ ਜਾਂਦੇ ਸੀ ਨਾ ਵੀ ਕਿੱਥੇ ਆ, ਲੁਕਾਇਆ ਕਿੱਥੇ ਆ। ਮੈਂ ਕਿਹਾ ਇੱਥੇ ਹੀ ਆ, ਕੰਮ ਲਾਇਆ, ਦੱਸਣਾ ਬਹੁਤ ਪੈਂਦਾ ਸੀ। ਸਹੀ ਗੱਲ। ਇੱਕ ਮੈਂ ਜੇ ਤੁਸੀਂ YouTube 'ਤੇ ਦੇਖ ਰਹੇ ਹੋ ਤੇ ਜਦੋਂ ਪਿਛਲੀ ਵੀਡੀਓ ਵੀ ਉਹ ਲੱਖ ਤੋਂ ਕਿਤੇ ਉੱਤੇ ਉਹ ਦੇਖੀ ਗਈ ਹੈ, ਪਰ ਜਿਹੜੇ ਆਪਾਂ ਲਾਈਕ ਕਰਦੇ ਹਾਂ ਉਹ ਬੜੇ ਘੱਟ ਨੇ। ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਦੋਂ ਦੇਖਦੇ ਹੋ ਤਾਂ ਲਾਈਕ ਵਾਲਾ ਬਟਨ ਜ਼ਰੂਰ ਦਬਿਓ, ਆਪਾਂ ਦੇਖੀਏ ਕਿ ਉਹਦੇ 'ਚ ਕਿੰਨੀ ਕੁ ਵਾਧਾ ਹੁੰਦਾ, ਕਿੰਨੇ ਹਜ਼ਾਰੋਂ ਲਾਈਕ ਵੱਧਦੇ ਆ। ਕਿਉਂਕਿ ਇਹ ਜਿਹੜਾ ਪਿਆਰ ਆ ਉਹ ਵੀ ਇੱਕ ਦਿਖਾਉਣ ਦਾ ਤਰੀਕਾ ਹੈ। ਜਦੋਂ ਤੁਸੀਂ ਲਾਈਕ ਕਰੋਗੇ ਤਾਂ ਜਿਹੜਾ ਲਾਈਕ ਵਾਲਾ ਆਈਕਨ ਆ ਉਹ ਬਲੂ ਹੋ ਜਾਂਦਾ। ਅਤੇ ਪੰਨੂ ਸਾਹਿਬ ਮੈਂ ਐਵੇਂ ਇੱਧਰ ਨੂੰ ਤੁਰ ਪਿਆ, ਪਰ ਨਾ ਅੱਜ ਇੱਕ ਪੁੱਠੀ ਜਿਹੀ ਗੱਲ, ਅਜੀਬੋ ਗਰੀਬ ਜਿਹੀ ਗੱਲ ਸੁਣਨ 'ਚ ਆਈ ਆ ਮੈਨੂੰ। ਇਹ ਵੀ ਤੁਸੀਂ ਸ਼ਾਇਦ ਸਮਝਾ ਸਕੋ। ਹੁਣ ਇੰਡੀਆ ਦੇ ਵਿੱਚ ਆਪਾਂ ਇਹ ਮੰਨਦੇ ਹਾਂ ਕਿ ਵੀ ਭਗਵਾਨ ਰਾਮ ਸੀਗੇ ਅਤੇ ਸਾਰਿਆਂ ਦੀ ਸ਼ਰਧਾ ਵੀ ਉਹਦੇ 'ਚ। ਹੁਣ ਨੇਪਾਲ ਵਾਲਿਆਂ ਦਾ ਪੇਚਾ ਪਿਛਲੇ ਸਮੇਂ 'ਚ ਇੱਦਾਂ ਦਾ ਪਿਆ ਵੀ ਉਹ ਹਰੇਕ ਗੱਲ ਨੂੰ ਕੱਟਦੇ ਆ ਭਾਰਤ ਦੀ ਨੂੰ। ਅਤੇ ਹੁਣ ਉੱਥੋਂ ਦੇ PM ਸਾਹਿਬ ਕਹਿੰਦੇ ਵੀ ਇਹ ਤਾਂ ਐਵੇਂ ਹੀ ਆਖੀ ਜਾਂਦੇ ਇੰਡੀਆ ਵਾਲੇ ਕਿ ਭਗਵਾਨ ਰਾਮ ਸਾਡੇ ਉਹ ਤਾਂ ਨੇਪਾਲ ਤੋਂ ਸੀਗੇ। ਇਹ ਕੀ ਕਹਾਣੀ ਹੈ? ਦੇਖੋ, ਨੇਪਾਲ ਦਾ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਇਸ ਵੇਲੇ ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿੱਚ ਜੀ। ਪਾਰਟੀ ਵਿੱਚ ਪਾਰਟਿਕ ਆ, ਸੀਨੀਅਰ ਲੀਡਰਸ਼ਿਪ ਸਾਰੀ ਉਹਦੇ ਖਿਲਾਫ ਆ। ਪਾਰਲੀਮੈਂਟ ਵਿੱਚ ਵੀ ਲੱਗਦਾ ਕਿ ਉਹਦੇ ਕੋਲ ਬਹੁਤ ਸੰਮਤੀ ਹੈ ਨਹੀਂ ਜੀ। ਇਹੋ ਜਿਹੇ ਮੌਕੇ ਬੰਦਾ ਅੱਖੀਂ ਪਲਾਈ ਹੱਥ ਮਾਰਦਾ। ਉਦੋਂ ਉਹਨੇ ਇੱਕ ਨਵਾਂ ਸ਼ੋਸ਼ਾ ਛੱਡਤਾ ਕਿ ਅਜੇ ਤੱਕ ਤੇ ਅਸੀਂ ਨੇਪਾਲ ਵਾਲੇ ਕਹਿੰਦੇ ਸਾਂ ਜੀ ਕਿ ਸੀਤਾ ਮਾਤਾ ਅਸੀਂ ਭਾਰਤ ਵਾਲੇ ਨੇਪਾਲ ਤੋਂ ਭੇਜੀ ਜੀ, ਅਤੇ ਹੁਣ ਅਸੀਂ ਕਹਿੰਦੇ ਹਾਂ ਜੀ ਭਗਵਾਨ ਰਾਮ ਵੀ ਨੇਪਾਲ 'ਚ ਪੈਦਾ ਹੋਏ ਸੀ। ਸਾਡੇ ਨਾਲ ਤੇ ਇਤਿਹਾਸਕ ਤੌਰ 'ਤੇ ਖਿਲਵਾੜ ਕੀਤਾ ਗਿਆ, ਸਾਡੇ ਨਾਲ ਜ਼ਿਆਦਤੀ ਕੀਤੀ ਗਈ, ਅਤਿਆਚਾਰ ਕੀਤਾ ਗਿਆ। ਅੱਛਾ ਇਸ ਅਯੁੱਧਿਆ ਦੀ ਥਾਂ ਉੱਤਰ ਪ੍ਰਦੇਸ਼ ਵਾਲੀ ਅਯੁੱਧਿਆ ਨੂੰ ਮੰਨ ਲਿਆ ਗਿਆ। ਜੀ ਉਹ ਕਹਿੰਦਾ ਨੇਪਾਲ ਦੇ ਵਿੱਚ ਇੱਕ ਜ਼ਿਲ੍ਹਾ ਬੀਰਗੰਜ ਹੈ, ਜੀ, ਬੀਰਗੰਜ 'ਚ ਇੱਕ ਛੋਟਾ ਜਿਹਾ ਪਿੰਡ ਹੈ ਅਯੁੱਧਿਆ। ਅਸਲੀ ਅਯੁੱਧਿਆ ਉਹ ਸੀ ਜਿੱਥੇ ਰਾਜਾ ਦਸ਼ਰਥ ਦੇ ਘਰ ਭਗਵਾਨ ਰਾਮ ਦਾ ਜਨਮ ਹੋਇਆ ਸੀ। ਜੀ। ਇੰਨੀ ਗੱਲ ਉਹਦੀ ਠੀਕ ਹੈ ਕਿ ਬੀਰਗੰਜ ਜ਼ਿਲ੍ਹੇ 'ਚ ਇੱਕ ਅਯੁੱਧਿਆ ਹੈਗੀ, ਪਰ ਇੱਕ ਅਯੁੱਧਿਆ ਹੋਣ ਨਾਲ ਤਾਂ ਇਹ ਮਤਲਬ ਨਹੀਂ ਨਾ ਕਿ ਉਸ ਅਯੁੱਧਿਆ 'ਚ ਭਗਵਾਨ ਰਾਮ ਪੈਦਾ ਹੋਏ ਹੋਣਗੇ। ਜੀ। ਇੱਥੇ ਭਾਰਤ ਵਿੱਚ 6 ਜਾਂ 7 ਬਿਲਾਸਪੁਰ ਨੇ। ਜੀ। ਹੁਣ ਜੇ ਇੱਕ ਬਿਲਾਸਪੁਰ ਦੀ ਗੱਲ ਹੋਵੇ ਤਾਂ ਸਾਰੇ ਕਹਿਣ ਸਾਡੇ ਵਾਲਾ ਬਿਲਾਸਪੁਰ ਹੈ। ਇੱਥੇ 8-9 ਜਲਾਲਾਬਾਦ ਤੁਰੇ ਫਿਰਦੇ ਨੇ, ਫਤਿਆਬਾਦ ਕਿੰਨੇ ਨੇ, ਜੀ। ਰਲਦੇ ਪਿੰਡ ਰਾਮਪੁਰ ਕਿੰਨੇ ਨੇ। ਜੀ। ਯੂਪੀ ਵਿੱਚ ਵੀ 3-4 ਰਾਮਪੁਰ ਹੈ, ਸਾਡੇ ਪੰਜਾਬ 'ਚ ਵੀ 8-9 ਨੇ। ਉਹ ਸਾਰੇ ਭਗਵਾਨ ਰਾਮ ਦੇ ਨਾਂ 'ਤੇ। ਜਦੋਂ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਬਨਾਮ ਰਾਮ ਜਨਮ ਭੂਮੀ ਕੇਸ ਚੱਲਦਾ ਸੀ, ਉਦੋਂ ਸਾਡੇ ਪੰਜਾਬ ਦੇ ਵਿੱਚ ਵੀ 2 ਥਾਵਾਂ ਤੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਭਗਵਾਨ ਰਾਮ ਦਾ ਜਨਮ ਇੱਥੇ ਹੋਇਆ। ਜੀ। ਹੁਣ ਕਿਤੇ ਵੀ ਕੋਈ ਕਹਿ ਦੇ, ਖੁਦ ਅਯੁੱਧਿਆ ਦੇ ਵਿੱਚ ਉੱਥੇ ਘੱਟੋ ਘੱਟ 3 ਮੰਦਰ ਇਹੋ ਜਿਹੇ ਸੀ ਜਿਨ੍ਹਾਂ ਦੇ ਪੁਰਾਣੇ ਪੁਜਾਰੀ ਅੱਜ ਤੋਂ 30 ਸਾਲ ਪਹਿਲਾਂ ਤੱਕ ਇਹ ਕਹਿੰਦੇ ਸੀ ਕਿ ਭਗਵਾਨ ਰਾਮ ਦਾ ਜਨਮ ਉੱਥੇ ਨਹੀਂ ਹੋਇਆ ਜਿੱਥੇ ਕਹਿੰਦੇ ਸਾਡੇ ਵਾਲੇ ਮੰਦਰ 'ਚ ਹੋਇਆ। ਜੀ। ਇੱਕ ਪੁਜਾਰੀ ਤੇ ਇਹ ਵੀ ਕਹਿੰਦਾ ਹੁੰਦਾ ਸੀ ਕਿ ਮੈਨੂੰ ਅਜੇ ਤੱਕ ਇਹਨਾਂ ਇੱਟਾਂ ਤੋਂ ਭਗਵਾਨ ਰਾਮ ਦੇ ਚਰਨਾਂ ਦੇ ਨਿਸ਼ਾਨ ਦਿਸਦੇ। ਜਦੋਂ ਇਹ ਵੇਖਿਆ ਕਿ ਹੁਣ ਮਾਮਲਾ ਸਿਆਸੀ ਹੋ ਗਿਆ ਤੇ ਗੜਬੜ ਹੋਈ ਨਹੀਂ, ਜੀ। ਫਿਰ ਸਾਰੇ ਚੁੱਪ ਕਰ ਗਏ। ਅਜੇ ਪੁਰਾਣੇ ਇਹੋ ਜਿਹੇ ਮੈਗਜ਼ੀਨ ਪਏ ਆ ਜਿਨ੍ਹਾਂ 'ਚ ਬਿਆਨ ਆਉਂਦੇ ਰਹੇ। ਹੁਣ KP ਸ਼ਰਮਾ ਓਲੀ ਨੇ ਕਹਿਤਾ ਤੇ ਕਹਿ ਦੇਣ ਦਿਓ, ਉਹਨੂੰ ਕਹਿਣ ਦਾ ਹੱਕ ਨਹੀਂ। ਜੇ ਸਾਡਾ ਇੱਥੇ ਕੋਈ RSS ਨਾਲ ਜੁੜਿਆ ਸਿਧਾਂਤਕਾਰ ਇਹ ਕਹਿ ਸਕਦਾ ਕਿ ਇਟਲੀ ਦੇ ਰੋਮ ਵਿੱਚ ਜਿਹੜਾ ਵੈਟੀਕਨ ਹੈ ਕ੍ਰਿਸਚਨਾਂ ਦਾ ਸਭ ਤੋਂ ਵੱਡਾ ਧਾਰਮਿਕ ਕੇਂਦਰ, ਜੀ। ਉਹ ਵੈਟੀਕਨ ਨਹੀਂ ਗਾ, ਉਹ ਤਾਂ ਸਾਡੀ ਵਾਟਿਕਾ ਸੀ। ਸਾਡੇ ਸੰਤ ਉੱਥੇ ਗਏ ਸੀ, ਉਹਨਾਂ ਜਾ ਕੇ ਬਣਾਈ ਸੀ, ਅਤੇ ਵਾਟਿਕਾ ਯਾਨੀ ਬਗੀਚੀ ਸੀ ਸਾਡੀ, ਉਹਨਾਂ ਵੈਟੀਕਨ ਬਣਾ ਲਿਆ। ਅਤੇ ਉਹਨਾਂ ਨੇ ਆਖਿਆ ਜੀ ਉਹ ਤਾਂ ਕ੍ਰਿਸਚੀਅਨਿਟੀ ਦਾ ਸਭ ਤੋਂ ਵੱਡਾ ਕੇਂਦਰ ਹੈ। ਕਹਿੰਦਾ ਕਿਹੜੀ ਕ੍ਰਿਸਚੀਅਨਿਟੀ? ਜੀ। ਉਹ ਤਾਂ ਕ੍ਰਿਸਚੀਅਨਿਟੀ ਨਹੀਂ, ਕ੍ਰਿਸਚਨ ਨੀਤੀ ਸੀ, ਉਹਨਾਂ ਕ੍ਰਿਸਚੀਅਨਿਟੀ ਬਣਾ ਲਈ। ਜੇ ਕ੍ਰਿਸਚੀਅਨਿਟੀ ਨੂੰ RSS ਨਾਲ ਜੁੜਿਆ ਸਿਧਾਂਤਕਾਰ ਕ੍ਰਿਸ਼ਨ ਨੀਤੀ ਕਹਿ ਸਕਦਾ, ਜੀ। ਰੋਮ ਦੇ ਵਿੱਚ ਵੈਟੀਕਨ ਨੂੰ ਆਪਣੇ ਸੰਤਾਂ ਦੀ ਵਾਟਿਕਾ ਕਹਿ ਸਕਦਾ, ਤੇ ਨੇਪਾਲ ਦੇ ਵਿੱਚ ਬੈਠਾ ਉਹਨਾਂ ਦਾ ਪ੍ਰਧਾਨ ਮੰਤਰੀ ਅਯੁੱਧਿਆ ਬਾਰੇ ਦਾਅਵਾ ਕਿਉਂ ਨਹੀਂ ਕਰ ਸਕਦਾ? ਅਯੁੱਧਿਆ ਪਿੰਡ ਤਾਂ ਉੱਥੇ ਵਾਕਈ ਹੈਗਾ, ਬਿਲਕੁਲ। ਪਰ ਇੱਦਾਂ ਦੇ ਬਹੁਤ ਪਿੰਡ ਨੇ, ਫਿਰ ਕੀ ਕੀਤਾ ਜਾਵੇ? ਪਰ ਇਹ ਇੱਦਾਂ ਤਾਂ ਨਹੀਂ ਪੰਨੂ ਸਾਹਿਬ ਕਿ ਵੀ ਜਿੱਦਾਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਯੁੱਧਿਆ ਵਾਲਾ ਮਸਲਾ ਜਿਵੇਂ ਦਾ ਸੀਗਾ ਅਤੇ ਜਿਵੇਂ ਸੁਪਰੀਮ ਕੋਰਟ ਨੇ ਉਹ ਨਿਬੇੜਿਆ, ਅਤੇ ਉਹਨੂੰ ਦੇਖ ਕੇ ਓਲੀ ਸਾਹਿਬ ਨੂੰ ਲੱਗਿਆ ਹੋਇਆ ਵੀ ਯਾਰ ਕੁਰਸੀ ਵੱਜ ਜਾਂਦੀ ਇਸ ਮੁੱਦੇ ਨੂੰ ਚੁੱਕ ਕੇ, ਅਤੇ ਉਹ ਕੁਰਸੀ ਦਾ ਕਰਕੇ ਇਸ ਪਾਸੇ ਤੁਰ ਪਿਆ। ਇਹਦਾ ਕੋਈ ਫਰਕ ਨਹੀਂ ਪੈਂਦਾ। ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਇਤਿਹਾਸਕ ਤੌਰ 'ਤੇ ਹੋ ਰਹੀਆਂ ਨੇ। ਜੀ।
ਹੁਣ ਸਾਰੀ ਦੁਨੀਆ ਕਰੋਨਾ ਵਾਇਰਸ ਤੋਂ ਤੜਫੀ ਜਾਂਦੀ ਹੈ ਤੇ ਉਧਰ ਸ਼ਾਇਦ ਛੱਤੀਸਗੜ੍ਹ ਜਾਂ ਝਾਰਖੰਡ ਦੇ ਵਿੱਚ ਜੀ ਇੱਕ ਪਿੰਡ ਦਾ ਨਾਂ ਕਰੋਨਾ, ਸਪੈਲਿੰਗ ਸਾਰੇ ਸੇਮ ਹੈ, CORONA, ਕਰੋਨਾ। ਉਹ ਹੁਣ ਉਸ ਪਿੰਡ ਵਾਲੇ ਕਹਿੰਦੇ ਜੀ ਅਸੀਂ ਕੀ ਕਰੀਏ, ਸਾਨੂੰ ਕੀ ਪਤਾ ਹੈ ਕੱਲ੍ਹ ਨੂੰ ਕੋਈ ਕਰੋਨਾ ਵਾਇਰਸ ਫੁੱਟ ਪਣਾ, ਤੇ ਉਹ ਪਿੰਡ 200 ਸਾਲ ਪੁਰਾਣਾ, ਬਿਲਕੁਲ ਸਹੀ। ਕੀ ਕੀਤਾ ਜਾਊਗਾ? ਇਹਨਾਂ ਗੱਲਾਂ ਨੂੰ ਉਹਦੇ ਨਾਲ ਨਹੀਂ ਜੋੜਨਾ ਚਾਹੀਦਾ। ਉਹ KP ਸ਼ਰਮਾ ਓਲੀ ਨੇ ਆਪਣੀ ਰਾਜਨੀਤੀ ਦੇ ਪੱਖ ਤੋਂ ਕਹਿਣਾ ਸੀ, ਕਹਿਤਾ, ਇਹਨੂੰ ਵੀ ਇੱਕ ਖਬਰ ਦੇ ਤੌਰ ਤੇ ਲਓ, ਬਹੁਤ ਚਰਚਾ 'ਚ ਨਹੀਂ ਪੈਣ ਦਿਓ। ਬਿਲਕੁਲ ਸਹੀ। ਮੈਂ ਦੱਸਦਾ ਜੀ ਕਿ ਵੀ ਆਪਾਂ ਆਉਣ ਵਾਲੇ ਸਮੇਂ 'ਚ ਗੱਲ ਕਰਦੇ ਹਾਂ, ਜਿਹੜਾ ਇੱਕ ਉਹ ਡੇਰਾ ਵਿਵਾਦ ਇੱਕ ਵਾਰ ਫਿਰ ਤੋਂ ਆ ਗਿਆ, ਕਿਉਂਕਿ ਹੁਣ 2015 ਨਹੀਂ 2007 ਜਿਹੜੀ ਹੈ ਉਹ ਸਾਹਮਣੇ ਆ ਰਹੀ ਆ, ਤੇ ਇਹਦੇ ਤੇ ਇੱਕ ਡੇਰਾ ਸਮਰਥਕ ਵੱਲੋਂ ਜਿਵੇਂ TV ਦੇ ਉੱਪਰ ਆ ਕੇ ਸਾਰੀ ਗੱਲਬਾਤ ਕਹੀ ਗਈ ਆ, ਉਹਦੀ ਹੁਣ ਸੂਈਆਂ ਕਿੱਧਰੋਂ ਕਿੱਧਰ ਨੂੰ ਜਾ ਰਹੀਆਂ ਨੇ, ਆਪਾਂ ਡਿਸਕਸ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਹੁਣ ਸਭ ਜਿਹੜੀ ਫਿਕਰ ਵਾਲੀ ਗੱਲ ਉਹ ਇਹ ਹੈ ਕਿ ਜਿਹੜਾ ਕਰੋਨਾ ਦਾ ਤੁਸੀਂ ਹੁਣੇ ਜ਼ਿਕਰ ਕੀਤਾ ਉਹ ਵਧੀ ਜਾ ਰਿਹਾ, ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਸਖਤਾਈਆਂ ਵਧਣ ਲੱਗ ਪਈਆਂ ਨੇ। ਬਿਹਾਰ 'ਚੋਂ BJP ਦੇ ਦਫ਼ਤਰ 'ਚੋਂ ਹੀ 72 ਜਣੇ ਨਿਕਲ ਆਏ, ਹਾਲਾਂਕਿ ਉੱਥੇ ਵੋਟਾਂ ਦਾ ਬੜਾ ਚਾਅ ਉਹਨਾਂ ਨੂੰ। ਦੇਖੋ, ਪੰਜਾਬ ਵਿੱਚ ਜਿਹੜੀ ਸਖਤੀ ਕੀਤੀ ਗਈ ਉਹ ਕਰਨੀ ਚਾਹੀਦੀ ਹੈ ਜੀ, ਲੋਕ ਅਕਲ ਨਹੀਂ ਕਰ ਰਹੇ। ਅੱਜ ਦੀ ਤਾਜ਼ਾ ਖਬਰ ਹੈ, ਸਾਡੇ ਇੱਥੋਂ ਪੰਜਾਬ ਤੋਂ ਸ਼ਾਇਦ ਪਟਿਆਲੇ ਦੇ ਲਾਗੋਂ ਜੀ, ਇੱਕ ਬਰਾਤ ਗਈ ਹੈ ਉੱਤਰਾਖੰਡ 'ਚ, ਟੀਰੀ ਜੀ, ਟੀਰੀ ਗੜਵਾਲ ਤੇ ਤੁਸੀਂ ਸੁਣਿਆ, ਉੱਥੇ ਪਹੁੰਚ ਗਈ ਵਿਆਹ ਕਰਨ ਵਾਸਤੇ ਵਾਹਵਾ ਜਣੇ, ਜੀ, ਕਾਰਾਂ ਭਰ ਕੇ ਲੈ ਗਏ। ਉੱਥੇ ਹੁਣ 3 ਸੂਬਿਆਂ ਨੂੰ ਲੰਘ ਕੇ ਗਏ, ਰਾਜ ਪਤਾ ਨਹੀਂ ਇੰਨੇ ਬੈਰੀਅਰ ਕਿੱਦਾਂ ਲੰਘੇ। ਉੱਥੋਂ ਦੀ ਸਰਕਾਰ ਨੇ ਆਖਿਆ ਵਿਆਹ ਬਾਅਦ 'ਚ, ਪਹਿਲਾਂ ਸਾਰੇ ਜਾਣੇ 14 ਦਿਨ ਕੁਆਰੰਟਾਈਨ। ਚਲੋ, ਵਿਆਹ ਵਾਲਾ ਮੁੰਡਾ ਵੀ, ਉਹਦਾ ਬਾਪ ਵੀ, ਮਾਂ ਵੀ, ਘਰ ਦੇ ਸਾਰੇ ਜੀ ਜਿਹੜੇ ਬਰਾਤੀ ਨਾਲ ਗਏ ਸੀ ਉਹ ਵੀ 14 ਦਿਨ ਕੁਆਰੰਟਾਈਨ ਹੋ ਗਏ। ਜੀ, ਇਹ ਅਕਲ ਨਹੀਂ ਆਉਂਦੀ ਕਿ ਏਡੀ ਦੂਰ ਤੱਕ ਤੁਸੀਂ ਕਿਸ ਤਰ੍ਹਾਂ ਤੁਰ ਕੇ ਚੱਲ ਜਾਂਦੇ ਹੋ, ਕਿ ਕਾਨੂੰਨ ਨੂੰ ਟਿੱਚ ਹੀ ਜਾਣਾ ਪਿਆ। ਇਹ ਪਰ ਉਹ ਤੇ ਪੰਸਾ ਬੜਾ ਫਿਕਰ ਹੋ ਗਿਆ ਹੋਣਾ, ਕਿਉਂਕਿ ਬੀਬੀਆਂ ਨੇ ਜਿੱਦਾਂ ਪ੍ਰੈਸ ਕਰਕੇ ਸੂਟ ਪਾਏ ਹੁੰਦੇ 14 ਦਿਨ ਫਿਕਰ। ਹਾਂ, ਫਿਰ ਉਹ 14 ਦਿਨ ਫਿਰ ਅੰਦਰ ਪ੍ਰੈਸ ਕਰਨ ਦਾ ਤੇ ਮੌਕਾ ਕੋਈ ਨਹੀਂ ਮਿਲਣਾ, ਫਿਰ ਇਦਾਂ ਹੀ ਫਸੇ ਰਹਿਣਗੇ, ਕੋਈ ਕੀਤਾ ਨਹੀਂ ਜਾ ਸਕਦਾ ਕੁਝ ਵੀ। ਬੇਅਕਲੀ ਦੀਆਂ ਗੱਲਾਂ ਨੇ। ਬਿਲਕੁਲ ਸਹੀ। ਅੱਛਾ, ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਜਿੱਥੇ 50 ਦਾ ਪਰਮਿਟ ਮਿਲਦਾ ਸੀ ਵਿਆਹ ਕਰਨ ਵਾਸਤੇ, ਜੀ, ਲੋਕੀ 200-300 ਬੰਦੇ ਵੀ ਇਕੱਠੇ ਕਰਨ ਲੱਗ ਪਏ ਸੀ। ਮੈਰਿਜ ਪੈਲਸਾਂ ਵਾਲੇ ਸਾਹਮਣੇ ਰਸ਼ ਨਹੀਂ ਸੀ ਹੋਣ ਦਿੰਦੇ, ਪਿਛਲੇ ਪਾਸੇ ਵੱਡੀਆਂ ਗਰਾਊਂਡਾਂ ਸਾਰੇ ਪੈਲਸਾਂ ਨਾਲ, ਉੱਥੇ ਕਰਨ ਲੱਗ ਪਏ ਸੀ। ਹੁਣ ਨਵੀਆਂ ਗਾਈਡਲਾਈਨਸ ਵਿੱਚ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਜਿੱਥੇ 50 ਤੋਂ ਵੱਧ ਹੋਏ, ਦੋਵਾਂ ਤਰ੍ਹਾਂ ਦੇ 25-25 ਤੋਂ ਵੱਧ, ਜੀ, ਉੱਥੇ ਕੇਸ ਮੈਰਿਜ ਪੈਲਸ ਦੇ ਮਾਲਕ ਤੇ ਵੀ ਹੋਵੇਗਾ, ਜੇ ਹੋਟਲ ਹੈ ਤੇ ਹੋਟਲ ਦੇ ਮਾਲਕ ਤੇ ਹੋਵੇਗਾ, ਉਹ ਨਹੀਂ ਹੋਣ ਦੇਣੇ। ਨਾਲੇ 30 ਦੀ ਗੱਲ ਵੀ ਸੁਣੀ ਪੰਸਾ, 50 ਤੋਂ 30। ਹਾਂ, ਹੁਣ 50 ਤੋਂ 30 ਕਰ ਦਿੱਤੇ ਆ ਕਿ ਦੋਵਾਂ ਤਰ੍ਹਾਂ ਦੇ 15-15। ਹਾਂਜੀ, ਹਾਂਜੀ। ਅੱਛਾ, ਹੁਣ ਜਿਹੜੇ ਭੋਗ ਪੈਂਦੇ ਨੇ, ਮਰਗ ਦਾ ਭੋਗ ਹੋਵੇ, ਜੀ, ਉਹਨਾਂ ਆਖਿਆ ਜੀ ਘਰ ਦੇ ਜੀਆਂ ਤੋਂ ਇਲਾਵਾ ਬਾਹਰ ਦੇ 5 ਤੋਂ ਵੱਧ ਨਹੀਂ ਹੋਣੇ ਚਾਹੀਦੇ। ਬਿਲਕੁਲ ਸਹੀ। ਜੇ 5 ਤੋਂ ਵੱਧ ਨਹੀਂ ਹੋਣੇ ਚਾਹੀਦੇ, ਮੈਨੂੰ ਅੱਜ ਹੀ ਸਵੇਰੇ ਇੱਕ ਥਾਂ ਤੋਂ ਇਹੋ ਜਿਹਾ ਸੁਨੇਹਾ ਆਇਆ ਸੀ ਕਿ ਫਲਾਣਾ ਥਾਂ ਜੀ ਮਰਗ ਦਾ ਭੋਗ ਹੈ ਤੇ ਉਹ ਤੁਸੀਂ ਜ਼ਰੂਰ ਪਹੁੰਚਣੇ ਚਾਹੀਦੇ। ਮੈਂ ਉਹਨੂੰ ਕਿਹਾ ਜੀ ਪਹਿਲਾਂ ਅਫਸਰਾਂ ਨੂੰ ਪੁੱਛ ਲਓ ਕਿ ਆਉਣ ਦੇਣਗੇ ਜੀ। ਉੱਥੇ, ਜੇ ਸਰਕਾਰ ਦੀ ਪਰਮਿਸ਼ਨ ਹੀ ਨਹੀਂ, ਉਹ ਕਹਿੰਦੇ 5 ਤੋਂ ਵੱਧ ਬਾਹਰ ਦੇ ਬੰਦੇ ਆ ਹੀ ਨਹੀਂ ਸਕਦੇ। ਮੈਂ ਅੱਗੋਂ ਪਿੱਛੋਂ ਕਦੇ ਤੁਹਾਡੇ ਪਰਿਵਾਰ ਨੂੰ ਮਿਲਣ ਆ ਸਕਦਾ, ਮੈਂ ਭੋਗ ਤੇ ਨਹੀਂ ਆਊਂਗਾ, ਕਿਉਂਕਿ ਕਾਨੂੰਨੀ ਪੋਜੀਸ਼ਨ ਮੈਨੂੰ ਪਤਾ ਕੀ ਹੈ। ਮੈਂ ਲੋਕਾਂ ਨੂੰ ਦੱਸਦਾ ਆਪ ਕਾਨੂੰਨੀ ਪੋਜੀਸ਼ਨ ਦੀ ਉਲੰਘਣਾ ਕਰਕੇ ਉੱਥੇ ਪਹੁੰਚ ਜਾਵਾਂ, ਬਿਲਕੁਲ ਸਹੀ, ਤੇ ਮੈਂ ਕਿਤੇ ਤਾਂ ਅਕਲਮੰਦ ਹੋਊਗਾ? ਬਿਲਕੁਲ ਨਹੀਂ ਜਾਣਾ ਚਾਹੀਦਾ, ਮੈਂ ਨਹੀਂ ਜਾਊਂਗਾ। ਇਸੇ ਤਰ੍ਹਾਂ ਹੁਣ ਉਹ ਬਿਹਾਰ ਤੋਂ ਖਬਰ ਆਈ ਹੈ, ਕਰੋਨਾ ਕਿਸ ਤਰ੍ਹਾਂ ਵੱਧਦਾ ਜਾ ਰਿਹਾ। ਬਿਹਾਰ ਦੇ ਵਿੱਚ ਜਿਹੜਾ BJP ਦਾ ਸਟੇਟ ਹੈੱਡਕੁਆਟਰ ਹੈ, ਉਹ 'ਚ ਕਾਫੀ 200-300 ਬੰਦੇ ਕੰਮ ਕਰਦੇ ਜੀ। ਉਹਨਾਂ 'ਚੋਂ 75 ਜਾਣੇ ਕਰੋਨਾ ਵਾਇਰਸ ਪੋਜ਼ਿਟਿਵ ਨਿਕਲ ਆਏ ਆ ਜੀ। ਅੱਜ ਦੀਆਂ ਅਖਬਾਰਾਂ ਨੇ ਖਬਰ ਦਿੱਤੀ। ਜੇ ਇੱਕ ਥਾਂ ਤੋਂ ਭਾਰਤ ਵਿੱਚ ਕੇਸਾਂ ਦੀ ਗਿਣਤੀ ਇਸ ਵੇਲੇ ਤੱਕ 9 ਲੱਖ ਟੱਪ ਗਈ ਜੀ। ਤੇ ਰਾਹੁਲ ਗਾਂਧੀ ਕਹਿਣ ਡਿਆ ਕਿ ਸਰਕਾਰ ਬੜੀ ਕਾਮਯਾਬ ਆ, ਦਾਅਵੇ ਬਹੁਤ ਤਗੜੇ ਕਰਦੀ ਹੈ, ਪਰ ਅਸਲ ਸਥਿਤੀ ਇਹ ਹੈ ਕਿ ਇਸ ਹਫ਼ਤੇ ਦੇ ਵਿੱਚ ਅਸੀਂ 10 ਲੱਖ ਟੱਪ ਜਾਣਾ। ਉਹਦੀ ਗੱਲ ਠੀਕ ਹੈ, ਕਿਉਂਕਿ ਰੋਜ਼ ਹੀ ਜੇ 15 ਲੱਖ 20 ਲੱਖ 22 ਲੱਖ 15,000 20,000 22,000 ਇਹਨੇ ਰੋਜ਼ ਆਉਂਦੇ ਪਏ ਨੇ, ਤੇ 9 ਲੱਖ ਤੋਂ 10 ਲੱਖ ਤੱਕ ਜਾਣ ਲੱਗਿਆ ਦਿਨ ਤਾਂ 6 ਹੀ ਲੱਗਣੇ। ਇਸ ਹਫ਼ਤੇ 'ਚ 10 ਲੱਖ ਅਸੀਂ ਟੱਪ ਰਹੇ ਹਾਂ। ਬਿਲਕੁਲ ਸਹੀ। ਬੜਾ ਇਹ ਪੱਕਾ ਹੀ ਹੈ ਕਿ ਅਸੀਂ 10 ਲੱਖ ਟੱਪ ਜਾਣਾ। ਤੇ ਜੇ ਬਿਮਾਰੀ ਇਸ ਤਰ੍ਹਾਂ ਵਧੀ ਜਾ ਰਹੀ ਹੈ ਤੇ ਉਹ 'ਚ ਸਖਤੀ ਕੀਤੇ ਬਗੈਰ ਸਰਨਾ ਨਹੀਂ। ਦੇਸ਼ ਵਿੱਚ ਵੀ ਕਰਨੀ ਚਾਹੀਦੀ ਹੈ, ਪੰਜਾਬ ਵਿੱਚ ਹੁਣ ਤੱਕ ਜੇ ਅਸੀਂ ਬਚੇ ਹਾਂ ਕਾਫੀ ਹੱਦ ਤੱਕ, ਤੇ ਇਸ ਕਰਕੇ ਕਿ ਪੁਰਾਣਾ ਫੌਜੀ ਤਜਰਬੇ ਦਾ ਕਰਕੇ ਮੁੱਖ ਮੰਤਰੀ ਨੇ ਸਖਤੀ ਬਹੁਤ ਕੀਤੀ ਹੈ। ਪਰ ਸਰ, ਪਰ ਇੱਕ ਗੱਲ ਆ ਸੋਚਣ ਵਾਲੀ ਕਿ ਵੀ ਜਿਹੜਾ ਮੀਡੀਆ, ਖਾਸ ਕਰਕੇ ਆਪਾਂ ਜੋ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ, ਉਹ ਜਿਸ ਹਿਸਾਬ ਨਾਲ ਤੜਕੇ ਹੀ ਬਣ ਫੱਬ ਕੇ ਬਹਿ ਜਾਂਦੇ ਆ, ਤੇ ਉਦੋਂ ਬਾਅਦ ਉਹ ਕਹਿੰਦੇ ਕਿ ਦੇਖੀਏ ਭਾਰਤ ਜੋ ਹੈ ਉਹ ਬਹੁਤ ਅੱਛੀ ਸਥਿਤੀ ਮੇਂ ਹੈ। ਉਦਾਹਰਨ ਉਹ ਦਿੰਦੇ ਆ ਕਦੀ ਅਮਰੀਕਾ ਦੀ, ਕਦੀ ਉਹਨਾਂ ਮੁਲਕਾਂ ਦੀ ਜਿਨ੍ਹਾਂ ਦੇ ਵਿੱਚ ਬੜੀ ਆਬਾਦੀ ਘੱਟ ਆ, ਵੀ ਉਹਨਾਂ ਦੇ ਮੁਕਾਬਲੇ ਸਾਡੇ ਇੱਥੇ ਬਹੁਤ ਕੇਸ ਘੱਟ ਆ। ਇਹ ਕਿਉਂ ਨਹੀਂ ਦੇਖਿਆ ਜਾਂਦਾ ਵੀ ਆਬਾਦੀ ਤਾਂ ਦੇਖੋ ਭਾਰਤ ਦੀ, ਜੇ ਇੱਕ ਵਾਰ ਇਹ ਸੋਸ਼ਲੀ ਸਪਰੈਡ ਹੋ ਗਿਆ ਤੇ ਫਿਰ ਸਾਂਭਣਾ ਕਿੰਨੇ ਆ? ਇਹ ਭਾਰਤ ਦੀ ਆਬਾਦੀ ਦੀ ਗੱਲ ਕਰਦੇ, ਜਿੱਥੇ ਜਿੱਥੇ ਵੱਡੇ ਗੜ੍ਹ ਬਣੇ ਉਹਦੀ ਗੱਲ ਕਰਨ। ਜੀ। ਪੰਜਾਬ ਨਾਲੋਂ ਅੱਧੀ ਆਬਾਦੀ ਆ ਦਿੱਲੀ 'ਚ, ਜੀ, 3400 ਮੌਤਾਂ ਹੋ ਗਈਆਂ ਨੇ। ਬਿਲਕੁਲ ਸਹੀ। ਪੰਜਾਬ ਵਿੱਚ 204 ਨੇ। ਜੇ ਦਿੱਲੀ ਨਾਲੋਂ ਦੁੱਗਣੀ ਆਬਾਦੀ ਵਾਲੇ ਪੰਜਾਬ ਵਿੱਚ 204 ਨੇ, ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੰਜਾਬ ਨਾਲੋਂ ਅੱਧੀ ਆਬਾਦੀ ਹੋਵੇ ਤੇ 3400 ਲੋਕ ਮਰ ਜਾਣ, ਬਿਲਕੁਲ ਸਹੀ। ਤੇ ਅਸੀਂ ਅਮਰੀਕਾ ਵੱਲ ਵੇਖਣ ਜਾਣਾ।
ਕੌਣ ਵੇਂਦਾ ਅਮਰੀਕਾ ਨੂੰ? ਹਾਂ ਗੱਲ ਨਹੀਂ ਨਾ ਜੀ ਸਮਝਾਉਂਦੇ। ਮੇਰਾ ਖਿਆਲ ਜੀ ਇਦਾਂ ਸਮਝਾਉਣ ਵੀ ਤੇ ਸ਼ਾਇਦ ਲੋਕ ਵੀ ਥੋੜੀ ਬਹੁਤ ਅਕਲ ਕਰ ਲੈਣ, ਕਿਉਂਕਿ ਜਦੋਂ ਸਵੇਰੇ ਵੇਖ ਲੈਂਦੇ ਅੱਛਾ ਅਜੇ ਤੇ ਇੰਡੀਆ ਪਿੱਛੇ, ਕੋਈ ਗੱਲ ਨਹੀਂ, ਦੱਬ ਦਿਓ ਕਿੱਲੀ, ਆਪਾਂ ਇਹਨੂੰ ਅੱਗੇ ਲੈ ਕੇ ਜਾਣਾ। ਆਪਾਂ ਦੁਬਾਰਾ ਮੈਂ ਜਿਹੜੀ ਖਬਰ ਹੁਣੇ ਜ਼ਿਕਰ ਕਰਦਾ ਸੀ ਉਹਦੇ ਤੇ ਆ ਜਾਈਏ ਕਿ ਜਿਹੜਾ ਇੱਕ ਕੱਲ੍ਹ ਦਾ ਬੜਾ ਰੌਲਾ ਪਿਆ ਇਸ ਚੀਜ਼ ਦਾ ਕਿ ਵੀ ਜਿਹੜਾ ਡੇਰੇ ਵਾਲਾ ਵਿਵਾਦ ਆ ਉਹ ਸਿਆਸੀ ਰੰਗਤ ਲੈ ਰਿਹਾ, ਪਰ ਉਹਦੇ ਵਿੱਚ ਇੱਕ ਵੀਰਪਾਲ ਕੌਰ ਨੇ ਉਹ ਕਿਹਾ ਇਹ ਜਾ ਰਿਹਾ ਕਿ ਉਹ ਡੇਰੇ ਵੱਲੋਂ ਆਪਣੇ ਸਮਰਥਕ ਨੇ ਤੇ ਉਹਨਾਂ ਨੇ ਬਹੁਤ ਅੰਦਰਲੀਆਂ ਗੱਲਾਂ ਦੱਸੀਆਂ, ਜਿਹਦੇ 'ਚ 2007 ਵਾਲਾ ਜਿਹੜਾ ਉਹ ਸਵਾਂਗ ਰਚਾਇਆ ਸੀ ਬਾਬੇ ਨੇ, ਉਹ ਜਿਹੜੀ ਵਰਦੀ ਪਾਈ ਸੀ ਉਹਦੀ ਸੂਈ ਵੀ ਹੁਣ ਜੋੜ ਕੇ ਉਹਨਾਂ ਨੇ ਸੁਖਬੀਰ ਬਾਦਲ ਸਾਹਿਬ ਨਾਲ ਤਾਰ ਜੋੜ ਦਿੱਤੀ ਹੈ। ਉਹ ਕੀ ਕਹਾਣੀ ਹੈ? ਦੇਖੋ, ਸਾਨੂੰ ਰੋਜ਼ ਸੁਖਬੀਰ ਸਿੰਘ ਦੀ ਚਰਚਾ ਕਰਦਿਆਂ ਕਰਦਿਆਂ ਖਿਝ ਆਉਣ ਲੱਗ ਪੈਂਦੀ ਹੈ ਜੀ, ਪਰ ਸੱਚੀ ਗੱਲ ਇਹ ਹੈ ਕਿ ਇਸ ਮੁੰਡੇ ਨੇ ਜਦੋਂ ਦਾ ਰਾਜਨੀਤੀ 'ਚ ਆਇਆ ਅਕਾਲੀ ਰਾਜਨੀਤੀ ਦੇ ਪੱਲੇ ਕੱਖ ਛੱਡਿਆ ਨਹੀਂ ਜੀ। ਉਧਰੋਂ ਡੇਰੇ ਵਾਲਾ ਜਿਹੜਾ ਰਾਮ ਰਹੀਮ, ਜਦੋਂ ਦਾ ਉਹਨੇ ਡੇਰਾ ਸਾਂਭਿਆ, ਸਾਮਦਾਮ ਦੰਡ ਪੇ ਜਿੱਦਾਂ ਵੀ ਸਾਂਭਿਆ, ਅੱਜ ਧੱਕੇਸ਼ਾਹੀ ਕਰਕੇ ਸਾਂਭਿਆ ਹੋਵੇ, ਉਦੋਂ ਤੋਂ ਬਾਅਦ ਕਿਹੜਾ ਪੁੱਠਾ ਕੰਮ ਜਿਹੜਾ ਉਸ ਡੇਰੇ ਦੇ ਨਾਂ ਤੇ ਨਹੀਂ ਲੱਗਾ। ਤਮਾਸ਼ਾ ਇਹ ਹੋਇਆ ਕਿ 2007 ਦੀਆਂ ਚੋਣਾਂ ਡੇਰੇ ਵਾਲੇ ਕੋਲ ਦੋਵੇਂ ਤਰ੍ਹਾਂ ਗਏ ਸੀ ਵੋਟਾਂ ਮੰਗਣ, ਅਕਾਲੀ ਵੀ ਗਿਆ ਸੀ, ਕਾਂਗਰਸੀ ਵੀ ਜੀ। ਉਹ ਹਰ ਵਾਰੀ ਫੈਸਲਾ ਕਰਦਾ ਹੁੰਦਾ ਸੀ ਇਸ ਵਾਰੀ ਕਿਹਨੂੰ ਵੋਟਾਂ ਪਾਉਣੀਆਂ। ਉਹਨਾਂ ਨੇ ਉਦੋਂ ਇਸ ਕਰਕੇ ਵੋਟਾਂ ਪਾਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਬਣ ਜੇ। ਸੁਖਬੀਰ ਸਿੰਘ ਉਹਦੇ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਕੋਈ ਚਾਲ ਪਤਾ ਨਹੀਂ ਕੀ ਕੀਤੀ ਕੀ ਨਹੀਂ, ਉਦੋਂ ਚੁੱਪ ਕਰ ਰਿਹਾ ਜੀ। ਮਹੀਨੇ ਬਾਅਦ ਖਬਰ ਆ ਗਈ ਕਿ ਉੱਥੇ ਤਾਂ ਜੀ ਉਹਨੇ ਬਾਬੇ ਨੇ ਇੱਥੇ ਪੰਜਾਬ 'ਚ ਬਹੁਤ ਵੱਡੇ ਡੇਰੇ 'ਚ 10ਵੇਂ ਗੁਰੂ ਸਾਹਿਬ ਬੜਾ ਚੋਲਾ ਪਾ ਕੇ ਉਸੇ ਤਰ੍ਹਾਂ ਦਾ ਸਾਂਗ ਰਚ ਕੇ ਤੇ ਉਹਨਾਂ ਦਾ ਅੰਮ੍ਰਿਤ ਪ੍ਰਚਾਰ ਸੀ, ਇਹਨੇ ਜਾਮੇ ਨਸਾ ਬਣਾਇਆ, ਉਸੇ ਤਰ੍ਹਾਂ ਕੜਾਹੇ 'ਚ ਘੋਲ ਕੇ ਤੇ ਸਾਰਿਆਂ ਨੂੰ ਵਰਤਾਇਆ। ਉਹ ਜੋ ਕੁਛ ਹੋਇਆ ਜੀ, ਉਸ ਤੋਂ ਬਾਅਦ ਫਿਰ ਪੰਜਾਬ ਵਿੱਚ ਭੜਕਾਹਟ ਹੋਈ, ਕਰਫਿਊ ਲੱਗੇ। ਸਰਕਾਰ ਤਾਂ ਸੁਖਬੀਰ ਸਿੰਘ ਦੇ ਬਾਪੂ ਦੀ ਸੀ ਜੀ, ਸੁਖਬੀਰ ਆਪ ਨਹੀਂ ਸੀ ਵਿੱਚ, ਆਪ ਤਾਂ ਮੁੱਖ ਮੰਤਰੀ ਦੇ ਵੱਡੇ ਬਾਦਲ ਸਾਹਿਬ ਸੀ ਜੀ। ਪਰ ਸਾਰੇ ਹਾਲਾਤ ਵਿਗੜੇ। ਅਸਲ ਗੱਲ ਬਾਅਦ ਵਿੱਚ ਪਤਾ ਲੱਗੀ ਕਿ ਇਹ ਡੇਰੇ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਕਿ ਵੋਟਾਂ 'ਚ ਸਾਡੀ ਮਦਦ ਨਹੀਂ ਕੀਤੀ ਜੀ। ਡੇਰੇ ਵਾਲਿਆਂ ਤੋਂ ਬਾਅਦ ਇਹਨਾਂ ਨਾਲ ਇੰਨਾ ਮਿਲ ਗਿਆ, ਇਹਨਾਂ 4-5 ਵਾਰੀ ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ ਵੀ ਕਰਾਈਆਂ ਕਿ ਡੇਰੇ ਵਾਲਿਆਂ ਨੂੰ ਮਾਫੀ ਦੇ ਦਿਓ, ਉਹ ਨਹੀਂ ਹੋਈ ਜੀ। ਜਦੋਂ 2012 ਦੀਆਂ ਚੋਣਾਂ ਆਈਆਂ ਉਹਨੇ ਉੱਪਰੋਂ ਐਲਾਨ ਕੀਤਾ ਕਿ ਅਸੀਂ ਕਾਂਗਰਸ ਦੀ ਮਦਦ ਕਰਾਂਗੇ। ਜਦੋਂ ਵੋਟਾਂ ਪੈ ਗਈਆਂ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ਗੱਡੀਆਂ ਕਾਂਗਰਸ ਦੇ ਦਫ਼ਤਰਾਂ ਤੋਂ ਲਈਆਂ, ਤੇਲ ਦਾ ਤੇ ਰਾਜ ਖਾਣ ਪੀਣ ਦਾ ਖਰਚਾ ਕਾਂਗਰਸ ਤੋਂ ਲਿਆ, ਵੋਟਾਂ ਅਕਾਲੀਆਂ ਨੂੰ ਪਾਈਆਂ, ਕਿਉਂਕਿ ਇੱਕ ਸੌਦਾ ਭੋਗਿਆ ਸੀ ਜਿਹਦੇ 'ਚ ਇੱਕ ਕਦਮ ਚੁੱਕਿਆ ਗਿਆ ਕਿ ਉਦੋਂ ਤੱਕ ਡਿਪਟੀ ਮੁੱਖ ਮੰਤਰੀ ਬਣ ਚੁੱਕਾ ਸੀ ਸੁਖਬੀਰ ਸਿੰਘ। ਇਹਨੇ ਬਠਿੰਡੇ 'ਚੋਂ ਇੱਕ ਥਾਣੇਦਾਰ ਤੋਂ ਅਦਾਲਤ ਵਿੱਚ ਐਫੀਡੇਵਿਟ ਦੇ ਦਿੱਤਾ ਕਿ ਬਾਬੇ ਦੇ ਖਿਲਾਫ ਕੇਸ ਵਾਪਸ ਲਿਆ ਜਾਂਦਾ ਜੀ। ਤੇ ਬਾਬੇ ਨੇ ਆਖਿਆ ਜੀ ਇਹਨਾਂ ਨੇ ਕੇਸ ਵਾਪਸ ਕਰਤਾ, ਅਸੀਂ ਇਹਨਾਂ ਨੂੰ ਵੋਟਾਂ ਪਾ ਦੇਵਾਂਗੇ। ਉਹ ਕੇਸ ਵਾਪਸ ਵੋਟਾਂ ਪੈਣ ਤੋਂ 3 ਦਿਨ ਪਹਿਲਾਂ ਕੀਤਾ ਗਿਆ ਤੇ ਨਾ ਥਾਣੇਦਾਰ ਨੇ ਬਾਹਰ ਗੱਲ ਕੀਤੀ, ਨਾ ਅਦਾਲਤ ਵਿੱਚੋਂ ਗੱਲ ਬਾਹਰ ਨਿਕਲ ਦਿੱਤੀ। ਵੋਟਾਂ ਪਵਾ ਲਈਆਂ, ਕਾਂਗਰਸੀਆਂ ਨੂੰ ਬੇਵਕੂਫ ਬਣਾਤਾ। ਜਿੱਦਣ ਵੋਟਾਂ ਪੈ ਗਈਆਂ ਉਹ ਤੋਂ ਇੱਕ ਦਿਨ ਬਾਅਦ ਉਹ ਜਿਹੜਾ ਅਸਲੀ ਮਦਈ ਸੀ ਉਹਨੇ ਜਾ ਕੇ ਅਦਾਲਤ ਵਿੱਚ ਦਰਖਾਸਤ ਦੇ ਦਿੱਤੀ ਕਿ ਮਦਈ ਤੇ ਮੈਂ, ਥਾਣੇਦਾਰ ਕੌਣ ਹੈ ਮੇਰੀ ਥਾਂ ਤੇ ਐਫੀਡੇਵਿਟ ਦੇਣ ਵਾਲਾ। ਕੇਸ ਫਿਰ ਚੱਲ ਪਿਆ। ਦੁਬਾਰਾ ਕੇਸ ਇਸ ਕਰਕੇ ਚੱਲਦਾ ਰੱਖਿਆ ਕਿ ਹੁਣ 2012 ਦੀਆਂ ਵਿਧਾਨ ਸਭਾ ਚੋਣਾਂ ਤੇ ਲੰਘ ਗਈਆਂ, ਅੱਗੋਂ ਪਾਰਲੀਮੈਂਟ ਦੀਆਂ ਵੀ ਆਉਣੀਆਂ, ਬਾਬਾ ਸ਼ਿਕੰਜੇ 'ਚ ਵੀ ਰਵੇ। ਇਹ ਬਾਬੇ ਨੂੰ ਕਦੇ ਢਿੱਲ ਦਿੰਦੇ ਸੀ, ਕਦੇ ਸ਼ਿਕੰਜੇ ਲਿਆਉਂਦੇ ਸੀ, ਇਹ ਦੋਵੇਂ ਕੰਮ ਕਰਦੇ ਰਹੇ। ਹੁਣ ਕੱਲ ਜਿਹੜੀ ਉਹ ਬੀਬੀ ਵੀਰਪਾਲ ਕੌਰ ਨੇ ਖੁਲਾਸੇ ਕੀਤੇ ਆ ਜੀ, ਉਹਨੇ ਆਖਿਆ ਜੀ ਉਦੋਂ ਜਿਹੜਾ ਸਾਂਗ ਸੀਗਾ ਸਾਰਿਆਂ ਨੂੰ ਪਤਾ ਕਿ ਉਹ ਚੋਲਾ ਕਿਹਨੇ ਭੇਜਿਆ ਸੀ। ਉਹ ਮੁੜ ਕੇ ਐਂਕਰ ਕਹਿੰਦਾ ਜੀ ਦੱਸੋ ਕਿਹਨੇ ਭੇਜਿਆ ਸੀ, ਸਾਰਿਆਂ ਨੂੰ ਪਤਾ ਕਿਹਨੇ ਭੇਜਿਆ ਸੀ। ਉਹ ਕਹਿੰਦੇ ਸਾਰਿਆਂ ਨੂੰ ਪਤਾ, ਤੁਸੀਂ ਦੱਸ ਦਿਓ। ਕਹਿੰਦੇ ਸਾਰਿਆਂ ਨੂੰ ਪਤਾ। ਉਹ ਕਹਿੰਦੇ ਫਿਰ ਤੁਸੀਂ ਦੱਸ ਦਿਓ ਨਾ। ਕਹਿੰਦੀ ਜੀ ਉਹ ਸ਼ਸ਼ੀਕਾਂਤ ਨੇ ਤੇ ਲਿਖ ਵੀ ਦਿੱਤਾ ਸੀ, ਉਹ ਪੁਲਿਸ ਦਾ ਸਾਬਕਾ ਡੀਜੀਪੀ ਆ, ਉਹਦਾ ਨੈੱਟ ਦੇ ਉੱਤੇ ਪਿਆ, ਤੁਸੀਂ ਉੱਥੋਂ ਪੜ੍ਹ ਲਓ, ਉਹ ਸੁਖਬੀਰ ਸਿੰਘ ਬਾਦਲ ਨੇ ਭੇਜਿਆ ਸੀ। ਉਹਦੇ ਇਸ ਖੁਲਾਸੇ ਤੋਂ ਬਾਅਦ ਕਿ ਉਹ ਚੋਲਾ ਸੁਖਬੀਰ ਸਿੰਘ ਬਾਦਲ ਨੇ ਭੇਜਿਆ ਸੀ। ਜੀ। ਹੁਣ ਪੰਜਾਬ ਦੇ ਜਿਹੜੇ ਬਾਕੀ ਦੇ ਅਕਾਲੀ ਲੀਡਰ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਇਹਨਾਂ ਸਾਰਿਆਂ ਨੂੰ ਚੁੱਪ ਤੋੜਨੀ ਚਾਹੀਦੀ ਹੈ। ਇਹ ਦੱਸਣ ਕਿ ਕੀ ਇਹਨਾਂ ਨੂੰ ਪਤਾ ਸੀ ਇਹ ਗੱਲ ਦਾ। ਜੇ ਪਤਾ ਸੀ ਤਾਂ ਹੁਣ ਤੱਕ ਜ਼ਮੀਰ ਮਾਰ ਕੇ ਚੁੱਪ ਕਰਕੇ ਬੈਠਾ ਰਿਹਾ ਸੀ। ਜੇ ਪਤਾ ਨਹੀਂ ਸੀ ਤੇ ਆਪਣੀ ਲੀਡਰਸ਼ਿਪ ਨੂੰ ਪੁੱਛਣ ਕਿ ਲੀਡਰਸ਼ਿਪ ਇਸ ਗੱਲ ਦੇ ਉੱਤੇ ਬੋਲਦੀ ਕਿਉਂ ਨਹੀਂ। ਅੰਮ੍ਰਿਤਸਰ ਦੇ ਵਿੱਚ 267 ਬੀਡਾਂ ਦਾ ਮਸਲਾ ਵੀ ਮੁਆਫ ਕਰਨਾ, ਡਾਕੂਮੈਂਟਸ ਬਾਹਰ ਆਉਂਦੇ ਪਏ ਆ ਕਿ ਉਹ ਮਸਲਾ ਕਿੱਦਾਂ ਦਬਾਇਆ ਗਿਆ, ਉਦੋਂ ਪਰਚਾ ਕਿੱਦਾਂ ਨਹੀਂ ਹੋਣ ਦਿੱਤਾ ਗਿਆ, ਉਹਦਾ ਪਛਤਾਤਾਪ ਕਿੱਦਾਂ ਨਹੀਂ ਹੋਣ ਦਿੱਤਾ ਗਿਆ। ਉਹ ਸਾਰਾ ਕੁਝ ਜੋ ਚੰਡੀਗੜ੍ਹ 'ਚ ਬੈਠ ਕੇ ਚਾਬੀਆਂ ਘਮਾਈਆਂ ਗਈਆਂ, ਖੇਡ ਤੇ ਉਹ ਵੀ ਸਾਰੀ ਬਾਹਰ ਆਉਂਦੀ ਪਈ ਹੈ, ਉਹ ਵੀ ਸਾਰੀ ਉਸੇ ਪਾਸੇ ਜਾਂਦੀ ਪਈ ਹੈ। ਇਸ ਵੇਲੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਕਾਲ ਤਖਤ ਦੇ ਕਾਰਜਕਾਰੀ ਜ਼ਿੰਮੇਵਾਰ ਦੀ ਕਿ ਉਹ ਆਪਣੇ ਆਪ ਨੂੰ ਅਕਾਲੀ ਦਲ ਦੇ ਪਰਛਾਵੇਂ ਤੋਂ ਬਾਹਰ ਕੱਢ ਕੇ ਜਿਹੜੀਆਂ ਹਕੀਕਤਾਂ ਉਹਨਾਂ ਦੇ ਮੁਤਾਬਕ ਕੁਝ ਕਰਕੇ ਵਿਖਾਵੇ। ਹੁਣ ਤੱਕ ਇੱਥੇ ਪਿਛਲੇ ਸਮੇਂ 'ਚ ਜਿੰਨੇ ਕੁ ਜਥੇਦਾਰ ਆਉਂਦੇ ਰਹੇ ਉਹ ਦੋ ਪਾਸੇ ਖੇਡਦੇ ਰਹੇ। ਆਮ ਸਿੱਖ ਸੰਗਤਾਂ ਸਾਹਮਣੇ ਹੋਰ ਬੋਲੀ ਬੋਲਦੇ ਰਹੇ, ਇਹਨਾਂ ਦੇ ਸਾਹਮਣੇ ਹੋਰ ਬੋਲਦੇ ਰਹੇ। ਜਿੰਨਾ ਤਮਾਸ਼ਾ 2007 ਤੋਂ ਲੈ ਕੇ ਹੁਣ ਤੱਕ ਦੇ 13 ਸਾਲਾਂ 'ਚ ਹੋਇਆ, ਉਹ ਤਮਾਸ਼ਾ ਇਸ ਵੇਲੇ ਉਹਦੇ ਡਰਾਪ ਸੀਨ ਦਾ ਟਾਈਮ ਆ ਗਿਆ। ਕੱਲ੍ਹ ਉਹ ਜਿਹੜੀ ਡੇਰੇ ਨਾਲ ਜੁੜੀ ਕੁੜੀ ਵੀਰਪਾਲ ਕੌਰ ਆ,
ਉਹਨੇ ਜਿੰਨੇ ਖੁਲਾਸੇ ਕੀਤੇ ਆ, ਇਹ ਤੋਂ ਬਾਅਦ ਬਾਕੀ ਸਾਰਿਆਂ ਨੂੰ ਚੁੱਪ ਤੋੜਨੀ ਪਈ। ਜੇ ਤੋਂ ਉਹਦੇ ਚ ਪੰਨੂ ਸਾਹਿਬ ਜਿਹੜੀ ਇਹ ਗੱਲ ਚੱਲ ਰਹੀ ਹੈ ਹੁਣ ਕਿ ਵੀ ਕਾਂਗਰਸ ਪਾਰਟੀ ਵੀ ਇਸ ਕੇਸ ਨੂੰ ਲਮਕਾ ਰਹੀ ਹੈ ਵੀ ਜਦੋਂ ਤੱਕ ਇਲੈਕਸ਼ਨ ਹੋਣ ਤੱਕ ਇਹਨੂੰ ਮੁੱਦੇ ਨੂੰ ਭਖਾ ਕੇ ਰੱਖੋ, ਇਹ ਵੋਟਾਂ ਲਵਾਂਗੇ, ਇਹ ਵੀ ਇੱਕ ਕਾਰਨ ਹੋ ਸਕਦਾ ਵੀ ਉਹਨੂੰ ਹੁਣ ਤੱਕ ਅੰਜਾਮ ਤੱਕ ਨਹੀਂ ਪਹੁੰਚਾਇਆ ਗਿਆ ਚੀਜ਼ ਨੂੰ। ਕਾਂਗਰਸ ਪਾਰਟੀ ਵਾਲੇ ਕੋਈ ਟਿੱਲੇ ਦੇ ਫਕੀਰ ਨੇ, ਸਿਆਸੀ ਲੋਕ ਨੇ ਜੀ। ਜੇ ਇਹ ਸਿਆਸੀ ਚੋਣਾਂ ਦੇ ਵਿੱਚ 13 ਸਾਲਾਂ ਤੋਂ ਫਾਇਦਾ ਲੈਂਦੇ ਰਹੇ, ਕਾਂਗਰਸ ਵਾਲੇ ਕਿਉਂ ਨਾ ਲੈਣਗੇ? ਜੀ ਲੈਂਦੇ ਆ, ਗਲਤ ਕਰਦੇ ਕਾਂਗਰਸੀ, ਉਹਨਾਂ ਨੂੰ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਸਿਆਸੀ ਲਾਭ ਲੈਣਾ ਨਹੀਂ ਚਾਹੀਦਾ। ਜੀ। ਪਰ ਕਿਉਂਕਿ ਉਹ ਵੀ ਸਿਆਸੀ ਲੋਕ ਨੇ, ਇਹ ਸਿਆਸੀ ਪੱਖ ਤੋਂ ਲਾਭ ਲੈਂਦੇ ਰਹੇ ਕਿ ਨਹੀਂ? ਜੇ ਇਹ ਲੈਂਦੇ ਰਹੇ ਤੇ ਉਹ ਕਿਉਂ ਨਾ ਲੈਣਗੇ? ਦੋਵੇਂ ਤਰ੍ਹਾਂ ਲੈਣਗੇ। ਸਵਾਲ ਇਹ ਨਹੀਂ ਕਿ ਕਾਂਗਰਸੀ ਕੀ ਕਰਦੇ ਆ, ਸਵਾਲ ਇਹ ਨਹੀਂ ਕਾਲੀ ਕੀ ਕਰਦੇ ਆ, ਸਵਾਲ ਇਹ ਆ ਕਿ ਸੱਚ ਕੀ ਸਾਹਮਣੇ ਆ ਰਿਹਾ। ਜਿਹੜਾ ਸੱਚ ਹੁਣ ਉਸ ਕੁੜੀ ਨੇ ਕੱਲ ਖੁੱਲ ਕੇ ਕਹਿ ਹੀ ਦਿੱਤਾ। ਹੁਣ ਡੇਰੇ ਉਹਦੇ ਇਹ ਚੁੱਪ ਤੋੜਨ ਤੋਂ ਬਾਅਦ ਡੇਰੇ ਵਾਲਿਆਂ ਨੇ ਕਹਿਤਾ ਜੀ ਇਹ ਸਾਡੀ ਬੁਲਾਰਾ ਹੀ ਨਹੀਂ। ਉਹ ਕਹਿੰਦੀ ਜੀ ਡੇਰੇ 'ਚ 2 ਧੜੇ ਆ, ਇੱਕ ਧੜਾ ਬਾਬੇ ਦੇ ਨਾਂ ਤੇ ਪੈਸੇ ਇਕੱਠੇ ਕਰਦਾ, ਦੂਜੇ ਧੜੇ ਵਾਲੇ ਅਸੀਂ ਆ। ਅਸੀਂ ਸਾਫ਼ ਕਹਿੰਦੇ ਆ ਕਿ ਬਾਬੇ ਵਾਸਤੇ ਚੋਲਾ ਵੀ ਜਿੱਥੋਂ ਆਇਆ ਸੀ ਪਤਾ ਹੀ ਹੈ ਸਾਰਿਆਂ ਨੂੰ। ਹੁਣ ਜੋ ਜਿੱਡਾ ਵੱਡਾ ਖੁਲਾਸਾ ਹੋ ਗਿਆ, ਇਹ ਤੋਂ ਬਾਅਦ ਕਾਲੀ ਲੀਡਰਸ਼ਿਪ ਨੂੰ ਚੁੱਪ ਤੋੜਨੀ ਚਾਹੀਦੀ ਹੈ। ਪਰ ਉਹਨੇ ਤਾਂ ਇਹ ਵੀ ਕਿਹਾ ਬਨ ਸਾਹਿਬ ਕਿ ਵੀ ਸੀਬੀਆਈ ਜਿੱਦਾਂ ਇਹ ਜੋੜਿਆ ਜਾ ਰਿਹਾ ਕਿ ਜੀ ਸੀਬੀਆਈ ਡੇਰੇ ਦੀ ਮਦਦ ਕਰ ਰਹੀ ਹੈ, ਉਹ ਕਹਿੰਦੇ ਜੀ ਸੀਬੀਆਈ ਵਾਲੇ ਨੇ ਤਾਂ ਸਗੋਂ ਸਾਡੇ ਬਾਬੇ ਨੂੰ ਗਲਤ ਸਜ਼ਾ ਦਿੱਤੀ ਹੈ, ਬਾਬਾ ਦਾ ਫਿਜ਼ੀਕਲੀ ਫਿੱਟ ਹੀ ਨਹੀਂ ਹੈਗਾ, ਉਹ ਕਿਵੇਂ ਬਲਾਤਕਾਰ ਕਰ ਸਕਦਾ? ਸੀਬੀਆਈ ਕਿਸੇ ਇੱਕ ਬੰਦੇ ਦਾ ਨਾ, ਸੀਬੀਆਈ ਏਜੰਸੀ ਆ ਜੀ, ਉਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਟਾਫ ਆ। ਜੇ ਪੰਜਾਬ ਵਿੱਚ ਹੀ ਵੇਖੀਏ ਤੇ ਪਤਾ ਨਹੀਂ ਉਹਨੇ 2-3 ਹਜ਼ਾਰ ਬੰਦੇ ਤਾਂ ਹੋਣਗੇ ਪੰਜਾਬ 'ਚ ਤੁਰੇ ਫਿਰਦੇ ਸੀਬੀਆਈ ਦੇ। ਹਰ ਬੰਦਾ ਆਪਣੇ ਢੰਗ ਨਾਲ ਸੋਚਦਾ। ਜਿਹੜੇ ਅਫਸਰ ਦੇ ਕੋਲ 2 ਸਾਧਵੀਆਂ ਦੇ ਬਲਾਤਕਾਰ ਦਾ ਕੇਸ ਸੀ, ਜਿਹਦੇ ਕੋਲ ਪੱਤਰਕਾਰ ਛਤਰਪਤੀ ਦੇ ਕਤਲ ਦਾ ਕੇਸ ਸੀ, ਉਹਨਾਂ ਨੇ ਇਮਾਨਦਾਰੀ ਨਾਲ ਆਪਣੇ ਮੋਢਿਆਂ ਤੇ ਜਿਹੜਾ ਸਿਰਿਆ ਉਹਨੂੰ ਵਰਤ ਕੇ ਇਹ ਸਾਧ ਨੂੰ ਜੇਲ੍ਹ ਪਹੁੰਚਾਤਾ। ਪਰ ਜਿਹੜੇ ਦੂਸਰੇ ਪਾਸੇ ਆ ਉਹ ਵੀ ਆ ਜਿਨ੍ਹਾਂ ਨੇ 4 ਸਾਲ ਤੱਕ ਡੇਰਾ ਸੱਚਾ ਸੌਦਾ ਦੇ ਖਿਲਾਫ, ਸਾਧ ਦੇ ਖਿਲਾਫ ਇਨਕੁਆਇਰੀ ਵਾਸਤੇ ਫਾਈਲ ਦਾ ਘਟਾ ਵੀ ਨਹੀਂ ਝਾੜਿਆ। 4 ਸਾਲਾਂ ਬਾਅਦ ਜਾ ਕੇ ਅਦਾਲਤ ਵਿੱਚ ਲਿਖ ਕੇ ਦੇ ਦਿੱਤਾ, ਉੱਥੇ ਤਾਂ ਜੀ ਫਿੰਗਰਪ੍ਰਿੰਟ ਨਹੀਂ ਲੱਭੇ, ਉੱਥੇ ਫੁੱਟਪ੍ਰਿੰਟ ਨਹੀਂ ਲੱਭੇ। ਇਹ ਗੱਲ ਤਾਂ 4 ਘੰਟਿਆਂ 'ਚ ਲਿਖ ਕੇ ਦਿੱਤੀ ਜਾ ਸਕਦੀ। ਜਿਨ੍ਹਾਂ ਨੇ ਇਹ 4 ਸਾਲ ਲਾ ਕੇ ਆ ਦਿੱਤਾ, ਇਹਦਾ ਮਤਲਬ ਇਹ ਆ ਕਿ ਉਹ ਡੇਰੇ ਵਾਲਿਆਂ ਨੂੰ ਬਚਾਉਣ ਵਾਸਤੇ ਹਰ ਹੀਲਾ ਵਰਤਨ, ਆਪਣੀ ਪੋਜੀਸ਼ਨ ਵੀ ਦਾਅ ਤੇ ਲਾਉਣ ਨੂੰ ਫਸੇ ਆ, ਲੱਗੇ ਪਏ ਨੇ। ਜੇ ਕੱਲ ਨੂੰ ਕਿਸੇ ਅਦਾਲਤ ਨੇ ਇਹ ਕਹਿਤਾ ਕਿ ਸੀਬੀਆਈ ਦੀ ਟੀਮ ਡੇਰੇ ਵਾਲਿਆਂ ਨੂੰ ਬਚਾਉਣ ਵਾਸਤੇ, ਦੋਸ਼ੀਆਂ ਨੂੰ ਬਚਾਉਣ ਵਾਸਤੇ ਕੰਮ ਕਰਦੀ ਹੈ, ਨੱਕ ਨਾ ਵੱਢਿਆ ਜੋ। ਇਹ ਗੱਲ ਇੱਥੇ ਠੋਕ ਕੇ ਹੁਣੇ ਕਹਿਣੀ ਚਾਹੀਦੀ ਹੈ। ਸਾਰਾ ਕੁਝ ਉਹਨਾਂ ਨੂੰ ਪਤਾ ਵੀ ਕੀ ਹੋਇਆ। ਇੱਕ ਇੱਕ ਗੱਲ ਤਾਂ ਉੱਥੇ ਸਾਹਮਣੇ ਆਉਂਦੀ ਪਈ ਹੈ। ਹੁਣ ਜਦੋਂ ਸਾਰਾ ਕੁਝ ਸਾਹਮਣੇ ਆ ਚੁੱਕਾ, ਉਦੋਂ ਵੀ ਜੇ ਸੀਬੀਆਈ ਉੱਥੋਂ ਜਿਹੜਾ ਪਹਿਲੇ ਕੇਸਾਂ ਵਿੱਚ ਸੀਬੀਆਈ ਦਾ ਅਫਸਰ ਸੀ ਉਹ ਸਾਧ ਨੂੰ ਜੇਲ੍ਹ ਛੱਡਿਆ ਤੇ ਦੂਸਰੇ ਜਿਹੜੇ ਨੇ ਇਹ ਜੇਲ੍ਹ ਚੋਂ ਕਢਾਉਣ ਵਾਸਤੇ ਫਿਰਦੇ ਹੋਣ, ਤੇ ਇਹ ਪਤਾ ਲੱਗੇ ਨਾ ਇੱਕੋ ਏਜੰਸੀ 'ਚ ਵੱਖ-ਵੱਖ ਕਿਸਮ ਦੇ ਲੋਕ ਹੁੰਦੇ ਨੇ, ਉਹਨਾਂ 'ਚੋਂ ਉਹ ਹੋਰ ਸੀ, ਇਹ ਹੋਰ ਹੈ। ਜੀ ਬਨ ਸਾਹਿਬ, ਆਪਾਂ ਕੱਲ੍ਹ ਗੱਲ ਕੀਤੀ ਸੀ ਉਹ ਰਾਜਸਥਾਨ ਦੀ ਗਹਿਲੋਤ ਵਾਲੀ ਸਰਕਾਰ ਵਾਲੀ। ਹੁਣ ਸੁਣ ਤਾਂ ਇਹ ਹੈ ਵੀ ਸਰਕਾਰ ਬਚ ਗਈ, ਪਰ ਜਿਵੇਂ ਹੁਣ ਸਚਿਨ ਪਾਇਲਟ ਨੂੰ ਕੱਲ੍ਹ ਕਹਿੰਦੇ ਸੀ ਨਹੀਂ ਜੀ ਉਹ ਸਾਡਾ ਹੀ ਬੰਦਾ, ਉਹ ਕਿਤੇ ਨਹੀਂ ਜਾਂਦਾ, ਪਰ ਹੁਣ ਉਹਨੂੰ ਸਾਰੇ ਅਹੁਦਿਆਂ ਤੋਂ ਹਟਾ ਵੀ ਦਿੱਤਾ। ਤੇ ਅਜੇ ਵੀ ਇਦਾਂ ਜਾਪਦਾ ਵੀ ਉਹ ਬੰਦਾ ਆਪਣੀ ਥਾਂ ਦੇ ਉੱਪਰ ਡਟਿਆ, ਉਹ ਕਹਿੰਦਾ ਮੇਰੇ ਕੋਲ ਐਮਐਲਏ ਹੈਗੇ ਆ, ਮੈਂ ਛੱਡਣਾ ਨਹੀਂ। ਤੁਹਾਨੂੰ ਲੱਗਦਾ ਵੀ ਸਰਕਾਰ ਬਚੀ ਰਹੂ? ਮੈਨੂੰ ਲੱਗਦਾ ਨਹੀਂ ਕਿ ਉਹਦੇ ਕੋਲ ਐਮਐਲਏ ਆ ਗਿਆ। ਜੇ ਹੁੰਦੇ ਹੁਣ ਉਹ ਛਾਲ ਮਾਰ ਜਾਂਦਾ। ਜੀ, ਬੀਜੇਪੀ ਮਦਦ ਕਰਦੀ। ਇਹਨਾਂ ਨੇ ਫਟ ਜਾ ਕੇ ਗਵਰਨਰ ਨੂੰ ਚਿੱਠੀ ਦੇਣੀ ਸੀ, ਭਰੋਸੇ ਦਾ ਵੋਟ ਲਓ। ਜੀ, ਸਪੀਕਰ ਨੂੰ ਕਹਿਣਾ ਸੀ ਭਰੋਸੇ ਦਾ ਵੋਟ ਲਓ। ਉਹ ਚੁੱਪ ਕਿਉਂ ਵੱਟ ਗਏ ਨੇ? ਜੀ, ਕੱਲ ਤੱਕ ਤੇ ਹਰ ਪਾਸੇ ਜ਼ੋਰ ਲਾਉਂਦੇ ਸੀ। ਹੁਣ ਕਹਿੰਦੇ ਸਚਿਨ ਪਾਇਲਟ ਆਵੇ, ਅਸੀਂ ਉਹਦਾ ਸਵਾਗਤ ਕਰਾਂਗੇ। ਜੀ, ਆਵੇ। ਕੱਲ ਤੱਕ ਤੁਸੀਂ ਲੈਂਦੇ ਸੀ, ਉਹਨੂੰ ਆ ਕਿਉਂ ਨਹੀਂ ਰਿਹਾ? ਜਦੋਂ ਕਾਂਗਰਸ ਦੀ ਮੀਟਿੰਗ ਵਿੱਚ ਕੱਲ 109 ਐਮਐਲਏ ਸੀ, ਅੱਜ ਦੁਬਾਰਾ ਮੀਟਿੰਗ ਕਰਾਈ ਹੈ। ਅਜੇ ਵੀ ਵਿਧਾਨ ਸਭਾ ਦੇ ਬਹੁਮਤ ਜੋਗੇ ਐਮਐਲਏ ਉਹਨਾਂ ਕੋਲ ਹੈਗੇ ਨੇ, ਤੇ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਸਚਿਨ ਨੂੰ ਮਨਾਉਣ ਵਾਸਤੇ। ਜਦੋਂ ਵੇਖਿਆ ਨਹੀਂ ਆਉਂਦਾ, ਹੋ ਸਕਦਾ ਉੱਥੇ ਜੰਮੂ ਕਸ਼ਮੀਰ ਵਾਲੇ ਪਾਸਿਓਂ ਵੀ ਪ੍ਰੈਸ਼ਰ ਹੋਵੇ। ਉੱਥੇ ਸਾਲਾ ਤੇ ਸਹੁਰਾ ਦੋਵੇਂ ਕੇਸਾਂ 'ਚ ਫਸੇ ਪਏ ਨੇ, ਉਹਨਾਂ ਦਾ ਪ੍ਰੈਸ਼ਰ ਵੀ ਹੋ ਸਕਦਾ। ਉਹਨੇ ਅਖੀਰ ਇਹ ਕਹਿ ਦਿੱਤਾ ਕਿ ਮੈਂ ਨਹੀਂ ਆਉਣਾ, ਤੇ ਇਹਨਾਂ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਅੱਜ ਉਹਨੂੰ ਲਾਤਾ, ਤੇ ਰਾਜਸਥਾਨ ਕਾਂਗਰਸ ਦੀ ਪ੍ਰਧਾਨਗੀ ਤੋਂ ਵੀ ਲਾਤਾ। ਇਹਨਾਂ ਦੋਵਾਂ ਥਾਵਾਂ ਤੋਂ ਲਾਤਾ, ਲਾ ਕੇ ਪਾਸੇ ਕਰ ਦਿੱਤਾ। ਹੁਣ ਅਗਲੀ ਗੱਲ ਇਹ ਆ ਕਿ ਜੇ ਸਚਿਨ ਦੇ ਕੋਲ ਬੰਦੇ ਹੋਣ ਤੇ ਉਹ ਸਾਹਮਣੇ ਆਵੇ ਤੇ ਆ ਕੇ ਲਿਖ ਕੇ ਦੇਵੇ ਜੀ ਭਰੋਸੇ ਦਾ ਵੋਟ ਲਓ। ਮੈਨੂੰ ਲੱਗਦਾ ਜਿਹੜੇ ਬੀਜੇਪੀ ਕੱਲ ਤੱਕ ਬਹੁਤ ਜੋਸ਼ ਵਿੱਚ ਸੀ, ਜਦੋਂ ਉਹਨਾਂ ਵੇਖਿਆ ਕਿ ਬੰਦੇ ਸਾਡੇ ਕੋਲ ਨਹੀਂ ਆ ਰਹੇ, ਹੁਣ ਬੀਜੇਪੀ ਦਾ ਜੋਸ਼ ਮੱਠਾ ਪਿਆ। ਇਹ ਹੋ ਸਕਦਾ ਕਿ ਅੱਜ ਸ਼ਾਮ ਤੱਕ ਸਚਿਨ ਪਾਇਲਟ ਦਾ ਵੀ ਜੋਸ਼ ਮੱਠਾ ਪੈ ਜੇ। ਵਾਪਸ ਮੁੜਨ ਦੀ ਗੁੰਜਾਇਸ਼ ਤਾਂ ਉਹਦੀ ਹੁਣ ਰਹਿ ਨਹੀਂ ਗਈ। ਹੁਣ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਤੋਂ ਵੱਖ ਹੋਊਗਾ। ਕਾਂਗਰਸ ਪਾਰਟੀ ਨੇ ਉਹਦੀਆਂ 3 ਚੋਂ 2 ਗੱਲਾਂ ਮੰਨ ਲਈਆਂ ਸੀ। ਉਹ ਇੱਕ ਗੱਲ ਇਹ ਸੀ ਕਿ ਮੇਰੇ ਮੰਤਰੀਆਂ ਨੂੰ, ਮੇਰੇ ਬੰਦਿਆਂ ਨੂੰ ਚੱਜ ਦੇ ਮਹਿਕਮੇ ਦੇ ਦਿਓ, ਉਹਨੇ ਆਖਿਆ ਦੇ ਦਿੰਦੇ ਆ। ਦੂਜਾ ਉਹਨੇ ਆਖਿਆ ਕਿ ਰਾਜਸਥਾਨ ਕਾਂਗਰਸ ਦਾ ਜਿਹੜਾ ਇੰਚਾਰਜ ਆ ਦਿੱਲੀ ਤੋਂ, ਉਹ ਮੈਨੂੰ ਚੰਗਾ ਨਹੀਂ ਲੱਗਦਾ, ਬਦਲ ਦਿਓ, ਮੇਰੀ ਗੱਲ ਨਹੀਂ ਸੁਣਦਾ। ਉਹਦੇ ਬਾਰੇ ਵੀ ਉਹਨੇ ਆਖਿਆ ਚੰਗਾ ਸੋਚ ਲੈਂਦੇ ਆ। ਤੀਜੀ ਸੀ ਮੈਨੂੰ ਮੁੱਖ ਮੰਤਰੀ ਬਣਾਓ, ਉਹਨੇ ਆਖਿਆ ਤਿੰਨੇ ਹੀ ਖਤਮ, ਅਸੀਂ ਤਿੰਨੇ ਗੱਲਾਂ ਨਹੀਂ ਮੰਨਦੇ, ਜਾ ਤੁਰ ਜਾ। ਜਿਹੜਾ ਮਤਲਬ ਇੱਕ ਹੱਦ ਹੁੰਦੀ ਹੈ ਮੰਗਣ ਦੀ ਵੀ, ਜਦੋਂ ਇਹ ਅਗਲੇ ਪਾਸੇ ਤੱਕ ਚਲਾ ਗਿਆ, ਉਹਨੇ ਆਖਿਆ ਜਾ ਫਿਰ ਦੌੜ ਜਾ, ਹੁਣ ਨਾ ਕੱਢਤਾ। ਵੈਸੇ ਇਹ ਸਾਰੇ ਕੇਸ ਨੂੰ ਸੰਭਾਲਣ ਦੇ ਲਈ ਪ੍ਰਿਅੰਕਾ ਗਾਂਧੀ ਅੱਗੇ ਆਏ ਆ, ਤੇ ਹੁਣ ਪ੍ਰਿਅੰਕਾ ਗਾਂਧੀ ਦੇ ਉੱਪਰ ਵੀ ਤਾਂ ਬੀਜੇਪੀ ਵਾਲੇ ਨੇ ਕਿਹਾ ਨਹੀਂ ਕਿ ਵੀ ਪ੍ਰਿਅੰਕਾ ਗਾਂਧੀ ਕਹਿੰਦੀ ਜੀ ਮੈਨੂੰ 1 ਮਹੀਨਾ ਹੋਰ ਬੰਗਲੇ 'ਚ ਰਹਿ ਲੈਣ ਦਿਓ, ਮੈਂ ਚਿੱਠੀ ਦਿੱਤੀ ਆ। ਜਿਹੜੀ ਬੀਜੇਪੀ ਦੇ ਨਾਲ ਉਹਨਾਂ ਦੇ ਸਾਈਬਰ ਸੈੱਲ ਵਾਲੇ ਬੰਦੇ ਆ, ਜੀ ਜੀ,
ਉਹ ਕਿਸੇ ਬਾਰੇ ਕੁਝ ਵੀ ਫੈਲਾਉਣ ਨੂੰ ਕਾਫੀ ਉਹਨਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਆ ਵੀ ਕੀਤਾ, ਉਹ ਵੀ ਕੀਤਾ, ਉਹ ਵੀ ਕੀਤਾ। ਜੀ ਜੀ ਜੀ। ਬਹੁਤ ਸਾਰੀਆਂ ਥਾਵਾਂ ਤੇ ਉਹ ਇਦਾਂ ਦੀਆਂ ਗੱਲਾਂ ਕਰਦੇ ਕੁਰ ਦਿੰਦੇ ਆ। ਅੱਜ ਹੁਣ ਸਵੇਰ ਦੀ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਪ੍ਰਿਯੰਕਾ ਗਾਂਧੀ ਨੇ ਆਖਿਆ ਕਿ ਦਿੱਲੀ ਵਾਲਾ ਬੰਗਲਾ VIP ਬੰਗਲਾ ਜੀ। ਮੇਰੇ ਕੋਲ 1 ਮਹੀਨੇ ਦਾ ਤਾਂ ਤੁਹਾਨੂੰ ਨੋਟਿਸ ਦਿੱਤਾ ਹੀ ਹੈ, 1 ਮਹੀਨਾ ਹੋਰ ਦੇ ਦਿਓ। ਜੀ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜਾਂ ਦਿੱਤਾ, ਬੜੀ ਫਰਾਖਤ ਲਈ ਪ੍ਰਧਾਨ ਮੰਤਰੀ ਨੇ ਵਿਖਾਈ ਹੈ। ਤੇ ਉਹਨੇ ਉਸੇ ਵੇਲੇ ਟਵੀਟ ਕਰਤਾ, ਕਹਿੰਦੀ ਮੈਂ ਤੇ ਮੰਗਿਆ ਹੀ ਨਹੀਂ, ਨਾ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ, ਨਾ ਮੈਂ ਕੋਈ ਅਪਲਾਈ ਕੀਤਾ, ਤੇ ਇਹ ਮੈਨੂੰ ਕਿਉਂ ਦੇਣ ਵਾਲੇ ਹੁੰਦੇ ਆ। ਇਹਨਾਂ ਨੇ 1 ਜੁਲਾਈ ਨੂੰ ਮੈਨੂੰ ਚਿੱਠੀ ਦਿੱਤੀ ਹੈ ਤੇ 1 ਅਗਸਤ ਤੱਕ 1 ਮਹੀਨਾ ਬਣਦਾ। ਇਸ 1 ਮਹੀਨੇ 'ਚ ਮੈਂ ਆਪਣਾ ਸਮਾਨ ਚੁੱਕ ਕੇ ਲਖਨਊ ਚਲੀ ਜਾਣਾ। ਮੈਂ ਤੇ ਆਪਣੀ ਤਿਆਰੀ ਕਰਦੀ ਪਈ ਸਮਾਨ ਚੁੱਕਣ ਦੀ, ਮੈਂ ਤੇ ਇਹਨਾਂ ਨੂੰ ਮੰਗਿਆ ਹੀ ਨਹੀਂ। ਇਹਦਾ ਮਤਲਬ ਕਿ ਸਿਰਫ ਪ੍ਰਚਾਰ ਦੀ ਖਾਤਰ ਜਾਂ ਦੂਸਰੀ ਧਿਰ ਨੂੰ ਫਸਾਉਣ ਦੀ ਖਾਤਰ, ਉਲਝਾਉਣ ਦੀ ਖਾਤਰ ਇਸ ਕਿਸਮ ਦਾ ਪ੍ਰਚਾਰ ਵੀ ਹੋ ਰਿਹਾ। ਜੇ ਇਹ ਪ੍ਰਚਾਰ ਹੋ ਰਿਹਾ ਤੇ ਇਸੇ ਤਰ੍ਹਾਂ ਦਾ ਰਾਜਸਥਾਨ ਦੇ ਮਾਮਲੇ 'ਚ ਬਾਕੀ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਜਿਹੜੀ ਅਫਵਾਹਾਂ ਫੈਲਾਉਣ ਦੀ ਖੇਡ ਆ ਉਹ ਬਥੇਰੀ ਥਾਵਾਂ ਤੱਕ ਚੱਲਦੀ ਪਈ ਆ। ਇੱਥੇ ਦਿੱਲੀ ਵਿੱਚ ਵੀ ਚੱਲ ਰਹੀ ਹੈ, ਰਾਜਸਥਾਨ ਵੀ। ਇਹ ਤੋਂ ਪਹਿਲਾਂ ਕਰਨਾਟਕਾ ਤੇ ਮੱਧ ਪ੍ਰਦੇਸ਼ ਜੋ ਹੋਇਆ ਸੀ ਉਹ ਵੀ ਪਤਾ। ਇਸ ਵੇਲੇ ਜਿਹੜੀ ਵਾਰ ਆਫ ਨਰਵਜ਼ ਹੈ, ਜਿਹੜੀ ਮਤਲਬ ਇੱਕ ਦੂਸਰੇ ਨੂੰ ਮਾਨਸਿਕ ਪੱਖ ਤੋਂ ਤੰਗ ਕਰਨ ਦੀ ਖੇਡ ਹੈ, ਉਹ ਬਹੁਤ ਚੱਲਦੀ ਪਈ ਹੈ। ਇਹ ਪਿਛਲਾ 1 ਸਾਲ ਤੇ ਰਾਹੁਲ ਗਾਂਧੀ ਦੇ ਖਿਲਾਫ ਹੀ ਲੱਗੇ ਰਹੇ। ਹੁਣ ਜਦੋਂ ਨਾ ਵੇਖਿਆ ਕਿ ਰਾਹੁਲ ਘੱਟ ਸਰਗਰਮ ਹੈ ਤੇ ਰਾਹੁਲ ਨਾਲੋਂ ਵੱਧ ਉਹਦੀ ਵੱਡੀ ਭੈਣ ਸਰਗਰਮ ਹੋ ਗਈ ਹੈ, ਉਦੋਂ ਦੇ ਇਹ ਹੁਣ ਹਰ ਵਾਰ ਪ੍ਰਿਯੰਕਾ ਦੇ ਕਰਨ ਲੱਗ ਪਏ। ਤੇ ਇਸ ਲੜਾਈ ਦੇ ਵਿੱਚ ਅਜੇ ਤੱਕ ਉਹ ਡਟੇ ਹੋਏ ਨੇ। ਕਿੰਨਾ ਚਿਰ ਡਟੇ ਰਹਿਣਗੇ ਪਤਾ ਨਹੀਂ। ਜੇ ਕੱਲ ਰਾਜਸਥਾਨ ਦੇ ਮੁੱਖ ਮੰਤਰੀ ਦੇ ਨੇੜੂਆਂ ਦੇ ਸ਼ੋਰੂਮਾਂ ਤੇ, ਘਰਾਂ ਤੇ, ਦਫ਼ਤਰਾਂ ਤੇ ਛਾਪੇ ਮਰਵਾਤੇ ਆ ਕੇਂਦਰੀ ਏਜੰਸੀਆਂ ਦੇ, ਤੇ ਇਹ ਪਤਾ ਕਿ ਪਹਿਲਾਂ ਕਰਨਾਟਕਾ 'ਚ ਵੀ ਵੱਜੇ ਸੀ, ਮੱਧ ਪ੍ਰਦੇਸ਼ 'ਚ ਵੀ। ਹੁਣ ਜਿਹੜੀ ਇਹ ਖੇਡ ਖੇਡੀ ਜਾ ਰਹੀ ਹੈ, ਇਹ ਸਭ ਤੋਂ ਮਾੜੀ ਖੇਡ ਹੈ। ਚਲੋ ਮੈਨੂੰ ਲੱਗਦਾ BJP ਨੇ ਇਹ ਤੇ ਰਿਵਾਜ ਪਾਤਾ ਵੀ ਜੇ ਕੋਈ MLA ਬਣ ਗਿਆ, ਹੋਰ ਕੁਝ ਕਰੇ ਨਾ ਕਰੇ, ਵਿੱਚ ਪਲਾਕੀ ਮਾਰਨ ਦਾ ਮੌਕਾ ਦੇਾਂਗੇ, ਉਦੋਂ ਮਾਇਆ ਮੋਟੀ ਮਿਲ ਜਾਂਦੀ। ਪਲਾਕੀ ਪਲੱਸ ਕਮਾਈ, ਆ ਮੋਟੀ ਕਮਾਈ ਕਰਾਵਾਂਗੇ। ਮਨ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਨਾ। ਇੱਕ ਵਾਰ ਮੈਂ ਫਿਰ ਤੁਹਾਨੂੰ ਯਾਦ ਕਰਵਾ ਦਿਆਂ, ਉਹ ਲਾਈਕ ਵਾਲਾ ਬਟਨ ਦਬਣਾ ਨਾ ਭੁੱਲ ਜਿਓ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।